शायद ही कोई अजिहा व्यक्ति होएगा जिसने कोविड-19 बारे हाले तक ना सुनिया होवे। ਹੁਣ ਲਗਾਤਾਰ ਕੋਵਿਡ-19 ਦੇ ਜਿਹੜੇ ਮਾਮਲੇ ਨੇ ਇੱਕ ਵਾਰ ਫਿਰ ਤੋਂ ਵਧਣੇ ਸ਼ੁਰੂ ਹੋ ਗਏ ਨੇ, ਜਿਸ ਨੇ ਕਿ ਦੇਸ਼ ਭਰ ਦੇ ਵਾਸੀਆਂ ਨੂੰ ਜਿਸ ਨੂੰ ਚਿੰਤਾ ਦੇ ਵਿੱਚ ਪਾ ਦਿੱਤਾ ਹੈ ਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਇਸ ਨੂੰ ਲੈ ਕੇ ਪਾਬੰਦੀਆਂ ਤੱਕ ਲੱਗਣੀਆਂ ਸ਼ੁਰੂ ਹੋ ਚੁੱਕੀਆਂ ਨੇ। ਜੇਕਰ ਗੱਲ ਕੀਤੀ ਜਾਵੇ ਪੰਜਾਬ ਦੀ, ਤਾਂ ਪੰਜਾਬ ਦੇ ਵਿੱਚ ਵੀ ਇੱਕ ਦਿਨ ਪਹਿਲਾਂ ਹੀ ਇੱਕ ਨਵੀਆਂ ਜਿਹੜੇ ਦਿਸ਼ਾ ਨਿਰਦੇਸ਼ ਨੇ ਜਾਰੀ ਕੀਤੇ ਨੇ ਸਰਕਾਰ ਵੱਲੋਂ, ਸਿਹਤ ਵਿਭਾਗ ਵੱਲੋਂ, ਕਿ ਹੁਣ ਮਾਸਕ ਪਾਉਣਾ ਇੱਕ ਵਾਰ ਫਿਰ ਤੋਂ ਲਾਜ਼ਮੀ ਕਰ ਦਿੱਤਾ ਗਿਆ। ਸੋ ਲੁਧਿਆਣਾ ਦੇ ਵਿੱਚ ਕਿਸ ਤਰ੍ਹਾਂ ਦੀ ਤਿਆਰੀ ਹੈ, ਕਿਉਂਕਿ ਲਾਸਟ ਜੇਕਰ ਵੇਰੀਐਂਟ ਦੀ ਗੱਲ ਕੀਤੀ ਜਾਵੇ, ਜਦੋਂ ਓਮੀਕਰੋਨ ਆਇਆ ਸੀ ਤਾਂ ਕਾਫੀ ਜਿਹੜਾ ਜਾਨੀ ਮਾਲੀ ਨੁਕਸਾਨ ਹੈ ਉਹ ਦੇਖਣ ਨੂੰ ਮਿਲਿਆ ਸੀ। ਸੋ ਲੁਧਿਆਣਾ ਪ੍ਰਸ਼ਾਸਨ ਦੀ ਹੁਣ ਜਿਹੜੇ ਕੋਵਿਡ ਦੀ ਚਰਚਾ ਇੱਕ ਵਾਰ ਫਿਰ ਤੋਂ ਸ਼ੁਰੂ ਹੋ ਗਈ ਹੈ, ਤਾਂ ਕਿਸ ਤਰ੍ਹਾਂ ਦੀ ਤਿਆਰੀ ਹੈ ਤੇ ਮੌਜੂਦਾ ਦੀ ਕੀ ਸਥਿਤੀ ਹੈ? ਗੱਲਬਾਤ ਕਰਨ ਦੇ ਲਈ ਲੁਧਿਆਣਾ ਡਿਪਟੀ ਕਮਿਸ਼ਨਰ ਸੁਰਭੀ ਮਲਿਕ ਇਸ ਵਕਤ ਸਾਡੇ ਨਾਲ ਮੌਜੂਦ ਨੇ। ਗੱਲਬਾਤ ਕਰ ਲੈਂਦੇ ਮੈਡਮ। ਕੋਵਿਡ ਦੇ ਜਿਹੜੇ ਇੱਕ ਵਾਰ ਫਿਰ ਤੋਂ ਕੇਸਿਸ ਵਧਣੇ ਸ਼ੁਰੂ ਹੋ ਗਏ ਨੇ, ਲੁਧਿਆਣਾ ਪ੍ਰਸ਼ਾਸਨ ਕਿਸ ਤਰ੍ਹਾਂ ਦੇਖ ਰਿਹਾ ਹੈ, ਕਿਸ ਤਰ੍ਹਾਂ ਉਹਨੇ ਨਜ਼ਰ ਬਣਾਈ ਹੋਈ ਹੈ ਇਸ ਨੂੰ ਲੈ ਕੇ? ਸੋ ਜਿਵੇਂ ਕਿ ਕੁਝ ਦਿਨ ਪਹਿਲਾਂ ਇੱਕ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਸਰਕਾਰ ਵੱਲੋਂ, ਅਸੀਂ ਦੇਖਿਆ ਹੈ ਕਿ ਆਲੇ ਦੁਆਲੇ ਦੇ ਏਰੀਆਜ਼ ਦੇ ਵਿੱਚ ਕੋਵਿਡ ਦੇ ਕੇਸਿਸ ਵਧਣ ਲੱਗ ਪਏ ਨੇ, ਤੇ ਇਸ ਕਰਕੇ ਐਡਵਾਈਜ਼ਰੀ ਇਹ ਹੈ ਕਿ ਆਪਣੇ ਸੋਸ਼ਲ ਡਿਸਟੈਂਸਿੰਗ ਮੈਜਰਸ ਜਿਹੜੇ ਹੈਗੇ ਆ ਉਹ ਲੋਕੀ ਅਪਲਾਈ ਕਰਨ, ਤੇ ਕਰਾਊਡਡ ਪਲੇਸਿਸ ਦੇ ਵਿੱਚ ਇਨਡੋਰ ਕੋਈ ਮੀਟਿੰਗਸ ਹੁੰਦੀਆਂ ਹੈਗੀਆਂ ਉਹਨਾਂ ਦੇ ਵਿੱਚ ਮਾਸਕ ਦਾ ਪ੍ਰਯੋਗ ਕਰਨ। ਅਸੀਂ ਪਹਿਲਾਂ ਵੀ ਇਹ ਐਡਵਾਈਜ਼ਰੀ ਲੋਕਾਂ ਨੂੰ ਦਿੰਦੇ ਰਹੇ ਹੈਗੇ ਆ ਕਿ ਹੈਂਡ ਹਾਈਜੀਨ, ਸੋਸ਼ਲ ਡਿਸਟੈਂਸਿੰਗ, ਕਰਾਊਡਡ ਪਲੇਸਿਸ ਤੇ ਜੇ ਜਾਣ ਦੀ ਲੋੜ ਹੈ ਅਵੋਇਡ ਕਰ ਲੈਣ, ਜੇ ਨਹੀਂ ਕਰ ਸਕਦੇ ਤੇ ਮਾਸਕ ਦਾ ਪ੍ਰਯੋਗ ਜ਼ਰੂਰ ਕਰਨ। ਇਸ ਦੇ ਨਾਲ ਜਿਵੇਂ ਕਿ ਸਾਨੂੰ ਪਤਾ ਹੈ ਕਿ ਵੈਕਸੀਨੇਸ਼ਨ ਦੀ ਡਰਾਈਵ ਲਗਾਤਾਰ ਚੱਲਦੀ ਹੀ ਰਹਿੰਦੀ ਹੈ। ਫਰਸਟ ਡੋਜ਼ ਲਗਭਗ ਮੈਜੋਰਿਟੀ ਲੋਕਾਂ ਨੇ ਇੱਥੇ ਲਗਵਾ ਲਈ ਹੈ, ਹਾਲਾਂਕਿ ਸੈਕਿੰਡ ਡੋਜ਼ ਦੀ ਵੀ ਕਵਰੇਜ ਲੁਧਿਆਣਾ ਦੇ ਵਿੱਚ ਕਾਫੀ ਹਾਈ 80% ਦੇ ਕਰੀਬ ਹੈ। ਫਿਰ ਵੀ ਜੋ ਗੈਪ ਹੈ ਉਹ ਅਸੀਂ ਲੋਕਾਂ ਨੂੰ ਅਪੀਲ ਕਰਦੇ ਹਾਂ ਤੁਹਾਡੇ ਮਾਧਿਅਮ ਰਾਹੀਂ ਕਿ ਜੇਕਰ ਤੁਹਾਨੂੰ ਟਾਈਮ ਹੋ ਗਿਆ ਹੈ ਤੇ ਕਾਈਂਡਲੀ ਉਸਨੂੰ ਵੀ ਤੁਸੀਂ ਲਗਵਾ ਲਿਓ। ਐਂਡ ਹੁਣ ਪ੍ਰੀਕਾਸ਼ਨਰੀ ਡੋਜ਼ਸ ਵੀ ਇਫ 9 ਮੰਥਸ ਆਰ ਓਵਰ ਤੋਂ ਲੋਕੀ ਲਗਵਾ ਸਕਦੇ ਹੈਗੇ। ਇਸ ਦੇ ਨਾਲ ਜਿਹੜੇ ਬੱਚਿਆਂ ਦੀ ਵੈਕਸੀਨ ਹੈਗੀ ਹੈ ਉਹ ਵੀ ਸ਼ੁਰੂ ਕਰਵਾ ਦਿੱਤੀ ਗਈ ਹੈ, ਤੇ ਅਸੀਂ ਪੇਰੈਂਟਸ ਨੂੰ ਵੀ ਅਪੀਲ ਕਰਦੇ ਹੈਗੇ ਆ ਕਿ ਜਿਵੇਂ ਸੈਕਿੰਡ ਵੇਵ ਦੇ ਵਿੱਚ ਦੇਖਿਆ ਗਿਆ ਹੈ ਕਿ ਵੈਕਸੀਨੇਟਡ ਲੋਕਾਂ ਨੂੰ ਸਿਵੀਅਰਿਟੀ ਕੋਵਿਡ ਦੀ ਘੱਟ ਪਾਈ ਗਈ ਹੈ, ਤੇ ਇਸ ਕਰਕੇ ਇਹਦੇ ਵਿੱਚ ਡਿਲੇ ਨਾ ਕਰਨ ਤੇ ਜ਼ਰੂਰ ਇੱਕ ਪਹਿਲ ਦੇ ਆਧਾਰ ਤੇ ਜਾ ਕੇ ਆਪਣੀ ਵੈਕਸੀਨੇਸ਼ਨ ਪ੍ਰਕਿਰਿਆ ਪੂਰੀ ਕਰਵਾ ਲੈਣ। ਇਸ ਦੇ ਨਾਲ ਅਸੀਂ ਸਿਵਲ ਸਰਜਨ ਸਾਹਿਬ ਨੂੰ ਇਹ ਵੀ ਰਿਕੁਐਸਟ ਕੀਤੀ ਹੈਗੀ ਹੈ ਕਿ ਥੋੜ੍ਹੀ ਜਿਹੀ ਆਪਣੀ ਸੈਂਪਲਿੰਗ ਡੇਟਾ ਜਿਹੜਾ ਹੈਗਾ, ਟੈਸਟਿੰਗ ਡੇਟਾ ਹੈਗਾ, ਉਹ ਵਧਾ ਲੈਣ ਸੋ ਦੈਟ ਵੀ ਆਰ ਨਾਟ ਕੌਟ ਅਨਅਵੇਅਰਸ ਐਜ਼ ਫਾਰ ਐਜ਼ ਹੌਟ ਸਪੌਟਸ ਆਰ ਕੰਸਰਨਡ। ਜੇਕਰ ਮੈਡਮ ਗੱਲ ਕੀਤੀ ਜਾਵੇ ਤਾਂ ਮੌਜੂਦਾ ਸਥਿਤੀ ਨੂੰ ਕਿਸ ਤਰ੍ਹਾਂ ਦੇਖ ਰਹੇ ਹੋ? ਮੌਜੂਦਾ ਸਥਿਤੀ ਅੱਜ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਅੰਡਰ ਕੰਟਰੋਲ ਹੈ ਸਾਰੀ ਸਥਿਤੀ? ਮੌਜੂਦਾ ਸਥਿਤੀ ਨੂੰ ਅਸੀਂ ਕਵਾਂਗੇ ਦੈਟ ਵੀ ਆਰ ਔਨ ਅਲਰਟ and we are on wait and watch and we are giving advisories to public ਕਿ ਤੁਸੀਂ ਜ਼ਰੂਰ ਥੋੜ੍ਹਾ ਜਿਹਾ ਇਹਤਿਆਤ ਬਰਤ ਕੇ ਰੱਖੋ, ਬਿਕੋਜ਼ ਇਹ ਸਾਨੂੰ ਹੁਣ ਸਾਰੇ ਪੂਰੇ ਭਾਰਤ ਨੂੰ ਪਤਾ ਹੈ ਕਿ ਕਿੰਨਾ ਟਰਾਂਸਮਿਸਿਬਲ ਹੈ ਇਹ ਵਾਇਰਸ, ਕਿੰਨੀ ਤੇਜ਼ੀ ਨਾਲ ਫੈਲਦਾ ਹੈ। ਜੇ ਆਲੇ ਦੁਆਲੇ ਦੇ ਏਰੀਆ ਦੇ ਵਿੱਚ ਹੈ ਤੇ ਬਹੁਤ ਦੇਰ ਨਹੀਂ ਲੱਗਦੀ ਇਹਨੂੰ ਫੈਲਣ 'ਚ, ਤੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਮੈਜੋਰਿਟੀ ਪੋਪੂਲੇਸ਼ਨ ਜਦੋਂ ਵੈਕਸੀਨੇਟਡ ਹੁੰਦੀ ਹੈ, ਪ੍ਰੋਟੈਕਟਡ ਹੁੰਦੀ ਹੈ, ਤੇ ਇਹਦਾ ਪ੍ਰਕੋਪ ਜਿਹੜਾ ਹੈਗਾ ਬਹੁਤ ਤੇਜ਼ੀ ਨਾਲ ਕੰਟਰੋਲ ਵੀ ਹੋ ਜਾਂਦਾ ਹੈ। ਸੋ ਵੀ ਆਰ ਵਾਚਿੰਗ ਦ ਸਿਚੁਏਸ਼ਨ, ਵੀ ਆਰ ਮੇਕਿੰਗ ਸ਼ੋਰ ਕਿ ਸਾਡੀ ਇਨਫਰਾਸਟਰਕਚਰਲ ਰਿਕੁਆਇਰਮੈਂਟਸ ਠੀਕ ਨੇ ਤੇ ਸਾਡੀ ਜਿਹੜੀ ਪੈਰਲਲ ਐਕਟੀਵਿਟੀਜ਼ ਹੈਗੀਆਂ IC ਐਕਟੀਵਿਟੀਜ਼ ਦੀ ਉਹ ਚੱਲ ਰਹੀ ਹੈ। ਮੌਜੂਦਾ ਸਮੇਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਟੈਸਟਿੰਗ ਔਰ ਵੈਕਸੀਨੇਸ਼ਨ ਦੀ ਕੀ ਸਥਿਤੀ ਹੈ? ਪ੍ਰੋਪਰ ਤਰੀਕੇ ਨਾਲ ਚੱਲ ਰਹੀ ਹੈ ਜਾਂ ਇਸ ਨੂੰ ਲੈ ਕੇ ਵੀ ਤੁਸੀਂ ਸੋਚਿਆ ਕਿ ਹੁਣ ਆਉਣ ਵਾਲੇ ਦਿਨਾਂ 'ਚ ਵਧਾਇਆ ਜਾਣਾ? ਯੈਸ, ਅਸੀਂ ਵੈਕਸੀਨੇਸ਼ਨ ਤੇ ਟੈਸਟਿੰਗ ਆਉਣ ਵਾਲੇ ਦਿਨਾਂ ਦੇ ਵਿੱਚ ਵਧਾਵਾਂਗੇ। ਅਸੀਂ ਆਲਰੇਡੀ सिविल सर्जन साहब ने कह दिता है कि जो कोई बहुत क्राउडेड प्लेसेस हैं और स्पेशली हॉस्पिटल्स में अगर कोई ओपन सिम्टम्स लगते हैं तो उत्थे स्पैसिफिक टेस्टिंग टीम्स लगा के टेस्ट दोबारा थोड़े तेज़ मात्रा दे विच चालू कर दिते जान। बच्चों के वैक्सीन के बारे DO सैकेंडरी एलीमेंटरी ऑलरेडी काम कर रहे हैं सरकारी स्कूलों के विच। प्राइवेट स्कूलों को भी असी अपील करते हैं कि अपने भी बच्चे की वैक्सीनेशन जिहड़े हैगे हैं प्रायोरिटी ते लैण। ਹੁਣ ਮਾਸਕ ਦੀ ਗੱਲ ਆ ਚੁੱਕੀ ਹੈ, ਉਸ ਤੋਂ ਬਾਅਦ ਲੱਗਦਾ ਹੈ ਕਿ ਸਖਤੀ ਕਰਨ ਦੀ ਵੀ ਲੋੜ ਪਏਗੀ ਆਉਣ ਵਾਲੇ ਦਿਨਾਂ ਦੇ ਵਿੱਚ? ਕੁਝ ਇਸ ਤਰ੍ਹਾਂ ਦਾ ਤੁਹਾਨੂੰ ਹਾਲੇ ਤੱਕ अपने जानकारी ਤੁਹਾਡੇ तक पहुँची है? नहीं, डेफिनेटली जी, सिचुएशन को देखते देखते जैसे ही है ये कंटिन्यूस प्रोसेस होता है, तो व्हेन वी वॉच अ सिचुएशन और हमें जब भी जो स्टेप या जो रिस्ट्रिक्शन लगाने की सानू लोड़ लगती है उसी टाइमली जरूर करांगे। सिविल अस्पताल की जेकर गल आती है तो उत्थे लोग वड्डी गिनती दे विच जांदे ने, तां किते ना किते उन्हां दे मन दे विच खदशा हुंदा कि सिविल अस्पताल 'च जावांगे, टैसटिंग करावांगे तो सानू एक मन दे विच डर बनिया रहिंदा कि उत्थे किस तरह का माहौल मिलेगा। पता ही है कि मीडिया दे विच भी आउंदियां रहिंदियां तस्वीरां लगातार कि एक सुखावा माहौल है उत्थे हाले तक नहीं बन पाया।
ਤੁਸੀਂ ਸਪੈसिफिक कोविड रिगार्डिंग पूछ रहे हो। सो कोविड रिगार्डिंग देखिए ऑब्वियसली हॉस्पिटल में लोगों ਨੂੰ ਹੁੰਦਾ ਹੀ ਹੈ ਵਿਚ ਇਜ਼ ਵਾਈ ਆਈ ਹੈਵ ਆਸਕਡ ਦ ਸਿਵਲ ਸਰਜਨ ਕਿ ਤੁਸੀਂ ਉੱਥੇ ਵੀ ਟੈਸਟਿੰਗ ਰੱਖ ਲਿਓ, ਬਟ ਲੋਕਾਂ ਦੀ ਸਹੂਲਤ ਵਾਸਤੇ ਜੇ ਉਹ ਸਿਰਫ ਟੈਸਟ ਕਰਾਉਣਾ ਚਾਹੁੰਦੇ ਆ ਤੇ ਸਿਵਲ ਹਸਪਤਾਲ ਨਹੀਂ ਜਾਣਾ ਚਾਹੁੰਦੇ ਆ, ਵੀ ਵਿਲ ਆਈਡੈਂਟੀਫਾਈ ਅਦਰ ਪਬਲਿਕ ਪਲੇਸਿਸ ਜਿੱਥੇ ਉਹ ਜਾ ਕੇ ਉਹਨਾਂ ਦੇ ਮਨ ਦੀ ਸ਼ਾਂਤੀ ਵਾਸਤੇ ਅਸੀਂ ਕਹਿ ਸਕਦੇ ਹਾਂ ਉੱਥੇ ਵੀ ਜਾ ਕੇ ਕਰਾ ਸਕਦੇ। ਕੁਝ ਕੋਵਿਡ ਦੀ ਆੜ ਦੇ ਵਿੱਚ ਨਿੱਜੀ ਜਿਹੜੇ ਹਸਪਤਾਲ ਨੇ ਓਵਰ ਚਾਰਜਿੰਗ ਵਸੂਲਦੇ ਨੇ ਜਾਂ ਇਹਨੂੰ ਇੱਕ ਕਮਾਈ ਦਾ ਸਾਧਨ ਮੰਨ ਲੈਂਦੇ ਨੇ, ਤੇ ਉਹਨਾਂ ਨੂੰ ਕੀ ਚੇਤਾਵਨੀ ਦੇਣਾ ਚਾਹੋਗੇ? ਕਿਸ ਤਰ੍ਹਾਂ ਪ੍ਰਸ਼ਾਸਨ ਤਿਆਰ ਬੈਠਾ ਹੈ ਐਸੇ ਜਿਹੜੇ ਹਸਪਤਾਲ ਨੇ ਉਹਨਾਂ ਦੇ ਉੱਪਰ ਨਕੇਲ ਕੱਸਣ ਦੇ ਲਈ? ਸੋ ਯੈਸ, ਕੁਝ ਦਿਨਾਂ ਪਹਿਲੇ ਸਾਨੂੰ ਇੱਕ ਮੀਡੀਆ ਦੇ ਹੀ ਮੈਂਬਰ ਨੇ ਇਨਫੋਰਮ ਕੀਤਾ ਹੈਗਾ ਰਿਗਾਰਡਿੰਗ ਅ ਪ੍ਰਾਈਵੇਟ ਹਸਪੀਟਲ। ਉੱਥੇ ਸਾਡੀ ਟੀਮ ਗਈ ਹੈ ਐਂਡ ਅ ਨੋਟਿਸ ਹੈਜ਼ ਬੀਨ ਸੈਂਟ ਟੂ ਦੈਟ ਹਸਪੀਟਲ ਫॉर ਓਵਰ ਚਾਰਜਿੰਗ ਇਨ ਕੇਸ ਆਫ ਵੈਕਸੀਨੇਸ਼ਨਸ। ਸਰਕਾਰ ਦੀਆਂ ਹਿਦਾਇਤਾਂ ਕਾਫੀ ਸਾਫ਼ ਨੇ ਤੇ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ ਅਚਨਚੇਤ ਹੋਰ ਵੀ ਚੈਕਿੰਗ ਜ਼ਰੂਰ ਕਰਾਂਗੇ ਤੇ ਤੁਹਾਡੇ ਮਾਧਿਅਮ ਰਾਹੀਂ ਅਸੀਂ ਸੈਪਰੇਟਲੀ ਸਿਵਲ ਸਰਜਨ ਸਾਹਿਬ ਨੂੰ ਕਿਹਾ ਹੈਗਾ ਕਿ ਜੋ ਹਿਦਾਇਤਾਂ ਹੈਗੀਆਂ ਜਿਨ੍ਹਾਂ ਰੇਟਸ ਦੀਆਂ ਉਹਨਾਂ ਨੂੰ ਫਿਰ ਇੱਕ ਵਾਰੀ ਪਬਲਿਸਾਈਜ਼ ਚੰਗੀ ਤਰ੍ਹਾਂ ਕਰ ਦਿੱਤਾ ਜਾਵੇ। ਲੁਧਿਆਣਾ ਵਾਸੀਆਂ ਨੂੰ ਅੱਜ ਦੀ ਸਥਿਤੀ ਤੋਂ ਕੀ ਸੰਦੇਸ਼ ਦੇਣਾ ਚਾਹੋਗੇ, ਕੀ ਮੈਸੇਜ ਦੇਣਾ ਚਾਹੋਗੇ? ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਕਿ ਕੋਵਿਡ ਹੁਣ ਇੱਕ ਨਵੀਂ ਚੀਜ਼ ਨਹੀਂ ਰਹੀ। ਹੁਣ 2 ਸਾਲ ਹੋ ਗਏ ਨੇ ਲੋਕਾਂ ਨੂੰ ਜਦੋਂ ਬਹੁਤ ਪ੍ਰਕੋਪ ਕੋਵਿਡ ਦਾ ਫੈਲਦਾ ਹੈ ਤੇ ਸਮਾਜ ਦੇ ਵਿੱਚ ਕਿੰਨੇ ਗਹਿਰੇ ਅਸਰ ਪੈਂਦੇ ਨੇ, ਲੋਕਾਂ ਨੂੰ ਇਸ ਚੀਜ਼ ਦਾ ਬਹੁਤ ਵਧੀਆ ਤਰੀਕੇ ਨਾਲ ਪਤਾ ਹੈ। ਸੋ ਕੋਈ ਵੀ ਮੇਰੇ ਖਿਆਲ ਹੁਣ ਐਸਾ ਪਰਿਵਾਰ ਨਹੀਂ ਰਿਹਾ ਜਿਹੜਾ ਕੋਵਿਡ ਦੇ ਪ੍ਰਕੋਪ ਤੋਂ ਵਾਂਝਾ ਰਹਿ ਗਿਆ ਹੋਵੇ। ਸਾਡੇ ਸਾਰੇ ਪਰਿਵਾਰਾਂ ਦੇ ਵਿੱਚ ਸੀਰੀਅਸ ਕੇਸਿਸ ਹੋਏ ਨੇ, ਨਾਨ ਸੀਰੀਅਸ ਹੋਏ ਨੇ, ਡੈਥਸ ਵੀ ਹੋਈਆਂ ਹੈਗੀਆਂ ਤੇ ਮੈਂ ਸਮਝਦੀ ਹਾਂ ਕਿ ਲੋਕਾਂ ਨੂੰ ਇਹ ਵੀ ਪਤਾ ਹੈ ਕਿ ਬਿਜ਼ਨਸ ਦੇ ਵਿੱਚ ਜਾਂ ਉਹਨਾਂ ਦੇ ਕੰਮਕਾਜ ਦੇ ਵਿੱਚ ਕਿਸ ਤਰ੍ਹਾਂ ਦੀਆਂ ਅੜਚਨਾਂ ਆਉਂਦੀਆਂ ਹੈ ਤੇ ਅਸੀਂ ਅਪੀਲ ਕਰਦੇ ਹਾਂ ਤੁਹਾਡੇ ਰਾਹੀਂ ਕਿ ਤੁਸੀਂ ਜਿੰਨੀ ਇਹਤਿਆਤ ਵਰਤ ਲਓਗੇ ਇਸ ਟਾਈਮ ਤੇ ਉਨਾ ਹੀ ਅਸੀਂ ਇਹਨੂੰ ਫੈਲਣ ਤੇ ਰੁਕ ਸਕਦੇ ਹਾਂ। ਸੋ ਇਹ ਸਨ ਲੁਧਿਆਣਾ ਦੇ ਡੀਸੀ ਸੁਰਭੀ ਮਲਿਕ ਜੀ, ਜਿਹੜੇ ਦੱਸ ਰਹੇ ਨੇ ਕਿ ਕੋਵਿਡ ਨੂੰ ਲੈ ਕੇ ਲੁਧਿਆਣਾ ਪ੍ਰਸ਼ਾਸਨ ਦੀ ਕਿਸ ਤਰੀਕੇ ਦੇ ਨਾਲ ਤਿਆਰੀ ਹੈ ਤੇ ਪੂਰੀ ਨਜ਼ਰ ਉਹਨਾਂ ਨੇ ਇਸ ਵਕਤ ਬਣਾ ਕੇ ਰੱਖੀ ਹੈ। ਆਉਣ ਵਾਲੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਵੀ ਆંકੜਿਆਂ ਦੇ ਵਿੱਚ ਉਤਾਰ ਚੜਾਵ ਆਉਂਦਾ ਉਸੇ ਤਰੀਕੇ ਦੇ ਨਾਲ ਸਖਤੀ ਜਾਂ ਢਿਲਾਈ ਵਰਤੀ ਜਾਏਗੀ। ਫਿਲਹਾਲ ਦੀ ਜਿਹੜੀ ਗਾਈਡਲਾਈਨਸ ਹੈ, ਮਾਸਕ ਪਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਕੈਮਰਾ ਪਰਸਨ ਰੋਹਿਤ ਦੇ ਨਾਲ ਵਰੁਣ ਸੱਗੜ, ਦੈਨਿਕ ਸਵੇਰਾ ਟੀਵੀ, ਲੁਧਿਆਣਾ। ऑल वर्ल्ड ओपन चैलेंज 17 टाइम गोल्ड मेडलिस्ट मियां रफीक मोहम्मद, पंडित, मौलवी, बेगम, तांत्रिक, इन्हां चोरा ठग्गां तो सावधान। स्पेशलिस्ट वशीकरण, सट्टा नंबर, लव मैरिज, पति पत्नी च अनबन, विदेश च पक्का होना, कारोबार दा ना चलना, सिर्फ 31 घंटियां विच समाधान। फ्री 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 मियां रफीक मोहम्मद। मोबाइल 84 374 94 647, 84 374 94 648। बाबा फतेह खान, पंजाब दे नंबर 1 तांत्रिक, बंगाल तो सिद्धि प्राप्त, पक्का काम पक्का हल, 101% गारंटी, अस्टाम पेपर समेत। सब तो पहला काम करन दा वादा, नौकरी, प्रमोशन, कारोबार च परेशानी, घर च झगड़ा, बरकत, औलाद कहने तो बाहर होना, कोर्ट केस, तलाक, प्रॉपर्टी डिस्प्यूट, गुप्त रोग, पुराना दर्द, पति पत्नी चनपन, जादू टोना, लव मैरिज, मोहनी वशीकरण करवाना जा तुड़वाना, सौतन दुश्मन तो छुटकारा सदा लई, रुस्से नूं मनाउणा प्यार मोहब्बत। संपर्क करो बाबा फतेह खान 99 586 35 478।